ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਗਜ਼ਾਮ ਪਲੱਸ ਐਜੂਕੇਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਸਾਰੇ ਮਿਲ ਕੇ ਇੱਕ ਬੜੀ ਹੀ ਦਿਲਚਸਪ ਗਿਆਨ ਚੁਣੌਤੀ ਦਾ ਹਿੱਸਾ ਬਣਨ ਜਾ ਰਹੇ ਹਾਂ। ਦੇਖੋ, ਗੱਲ ਸਿਰਫ ਇਹ ਨਹੀਂ ਕਿ ਸਾਨੂੰ ਕਿੰਨਾ ਕੁਝ ਪਤਾ ਹੈ। ਗੱਲ ਹੈ ਕੁਝ ਨਵਾਂ ਸਿੱਖਣ ਦੀ, ਥੋੜੀ ਮौज ਮਸਤੀ ਕਰਨ ਦੀ। ਤਾਂ ਫਿਰ ਚਲੋ ਦੇਖਦੇ ਹਾਂ ਕਿ ਇਸ ਸਫ਼ਰ 'ਚ ਆਪਾਂ ਇਕੱਠੇ ਮਿਲ ਕੇ ਕੀ ਨਵਾਂ ਖੋਜਦੇ ਹਾਂ। ਆਪਣੇ ਆਪ ਨੂੰ ਚੁਣੌਤੀ ਦੇਣਾ ਹੀ ਖੁਦ ਨੂੰ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ। ਵਾਹ, ਕਿੰਨੀ ਡੂੰਗੀ ਗੱਲ ਹੈ ਨਾ? ਇਹ ਸਿਰਫ ਇੱਕ ਲਾਈਨ ਨਹੀਂ, ਸਗੋਂ ਅੱਜ ਦੀ ਆਪਣੀ ਇਸ ਪੇਸ਼ਕਾਰੀ ਦਾ ਆਪਾਂ ਕਹਿ ਸਕਦੇ ਹਾਂ ਕਿ ਮੂਲ ਮੰਤਰ ਹੈ। ਤਾਂ ਫਿਰ ਇਸੇ ਜਜ਼ਬੇ ਨਾਲ ਆਓ ਗਿਆਨ ਦੀ ਇਸ ਚੁਣੌਤੀ ਦਾ ਸਾਹਮਣਾ ਕਰੀਏ ਤੇ ਦੇਖੀਏ ਆਪਣੇ ਆਪ ਬਾਰੇ ਆਪਾਂ ਕੀ ਨਵਾਂ ਸਿੱਖਦੇ ਹਾਂ। ਲਓ ਜੀ, ਤਾਂ ਫਿਰ ਸ਼ੁਰੂ ਕਰੀਏ। ਸਾਡਾ ਪਹਿਲਾ ਰਾਊਂਡ ਹੈ ਕਰੰਟ ਅਫੇਅਰਸ ਚੈਲੰਜ। ਦੇਖਦੇ ਹਾਂ ਕਿ ਆਲੇ-ਦੁਆਲੇ ਦੇਸ਼ ਦੁਨੀਆ 'ਚ ਕੀ ਹੋ ਰਿਹਾ ਹੈ, ਇਸ ਤੇ ਕਿੰਨੀ ਕੁ ਨਜ਼ਰ ਹੈ। ਤਾਂ ਹੋ ਜਾਓ ਤਿਆਰ ਦਿਮਾਗ ਦੇ ਘੋੜੇ ਦੌੜਾਉਣ ਲਈ, ਕਿਉਂਕਿ ਪਹਿਲਾ ਸਵਾਲ ਬਸ ਆਉਣੀ ਵਾਲਾ ਹੈ। ਠੀਕ ਹੈ, ਪਹਿਲਾ ਸਵਾਲ ਇਹ ਜੁੜਿਆ ਹੈ ਇੰਟਰਨੈਸ਼ਨਲ ਟਰੈਵਲ ਨਾਲ। ਸਵਾਲ ਇਹ ਹੈ ਕਿ ਹਾਲ ਹੀ ਵਿੱਚ ਜਿਹੜਾ ਹੈਨਲੇ ਪਾਸਪੋਰਟ ਇੰਡੈਕਸ 2026 ਜਾਰੀ ਹੋਇਆ ਹੈ, ਉਸ ਦੇ ਮੁਤਾਬਿਕ ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਲਿਸਟ ਵਿੱਚ ਭਾਰਤ ਦਾ ਰੈਂਕ ਕੀ ਹੈ? ਸੋਚੋ ਜ਼ਰਾ। ਅਤੇ ਸਹੀ ਜਵਾਬ ਹੈ 75ਵਾਂ। ਜੀ ਹਾਂ, ਭਾਰਤ ਦਾ ਰੈਂਕ ਹੈ 75th। ਇਹ ਰੈਂਕ ਇਸ ਗੱਲ ਤੇ ਤੈਅ ਹੁੰਦਾ ਹੈ ਕਿ ਭਾਰਤੀ ਪਾਸਪੋਰਟ ਤੇ ਕਿੰਨੇ ਦੇਸ਼ਾਂ ਵਿੱਚ ਬਿਨਾਂ ਵੀਜ਼ਾ ਤੋਂ ਸਫ਼ਰ ਕੀਤਾ ਜਾ ਸਕਦਾ ਹੈ। ਜੇ ਕਿਸੇ ਨੇ ਸਹੀ ਸੋਚਿਆ ਸੀ ਤਾਂ ਕਿਆ ਬਾਤ ਹੈ, ਬਹੁਤ ਵਧੀਆ ਸ਼ੁਰੂਆਤ। ਚਲੋ, ਅਗਲਾ ਸਵਾਲ ਇੱਕ ਬਹੁਤ ਹੀ ਜ਼ਰੂਰੀ ਸਕੀਮ ਬਾਰੇ ਹੈ, ਇੱਕ ਐਸੀ ਯੋਜਨਾ ਜੋ ਸੱਚਮੁੱਚ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਕਰ ਸਕਦੀ ਹੈ। ਸਵਾਲ ਹੈ ਕਿ PM ਰਾਹਤ ਸਕੀਮ ਦੇ ਤਹਿਤ ਸੜਕ ਹਾਦਸੇ ਦੇ ਪੀੜਤਾਂ ਨੂੰ ਕੈਸ਼ਲੈਸ ਇਲਾਜ ਲਈ ਵੱਧ ਤੋਂ ਵੱਧ ਕਿੰਨੇ ਪੈਸੇ ਮਿਲ ਸਕਦੇ ਹਨ? ਇਸ ਦਾ ਜਵਾਬ ਹੈ 1.5 ਲੱਖ ਰੁਪਏ ਤੱਕ, ਯਾਨੀ ਕਿ ਅਪ ਟੂ 1.5 ਲੱਖ। ਇਹ ਬਹੁਤ ਵੱਡੀ ਰਕਮ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ, ਖਾਸ ਕਰਕੇ ਹਾਦਸੇ ਤੋਂ ਬਾਅਦ ਦੇ ਉਸ ਗੋਲਡਨ ਆਵਰ ਵਿੱਚ ਜਦੋਂ ਹਰ ਮਿੰਟ ਕੀਮਤੀ ਹੁੰਦਾ ਹੈ। ਇਹ ਜਾਣਕਾਰੀ ਸੱਚੀ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਚਲੋ ਹੁਣ ਰੁਖ ਕਰਦੇ ਹਾਂ ਖੇਡਾਂ ਵੱਲ, ਜਿੱਥੇ ਫੋਕਸ ਤੇ ਕਾਬਲੀਅਤ ਦਾ ਅਸਲ ਇਮਤਿਹਾਨ ਹੁੰਦਾ ਹੈ। ਸਵਾਲ ਇਹ ਹੈ ਕਿ ਨਵੀਂ ਦਿੱਲੀ ਵਿੱਚ ਹੋਈ ਏਸ਼ੀਅਨ ਰਾਈਫਲ/ਪਿਸਟਲ ਚੈਂਪੀਅਨਸ਼ਿਪ ਦੇ 25 ਮੀਟਰ ਸੈਂਟਰ ਫਾਇਰ ਪਿਸਟਲ ਇਵੈਂਟ ਵਿੱਚ ਭਾਰਤ ਦੀ ਝੋਲੀ ਗੋਲਡ ਮੈਡਲ ਕਿਸਨੇ ਪਾਇਆ? ਤੇ ਉਹ ਖਿਡਾਰੀ ਹੋਰ ਕੋਈ ਨਹੀਂ, ਉਹ ਹਨ ਅਮਨਪ੍ਰੀਤ ਸਿੰਘ। ਵਾਹ, ਕੀ ਸ਼ਾਨਦਾਰ ਪ੍ਰਦਰਸ਼ਨ ਸੀ, ਸੱਚਮੁੱਚ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ। ਅੱਗੇ ਵਧਦੇ ਹਾਂ ਇੱਕ ਹੋਰ ਸਰਕਾਰੀ ਸਕੀਮ ਵੱਲ ਜੋ ਇੱਕ ਖਾਸ ਸੂਬੇ ਨਾਲ ਜੁੜੀ ਹੈ, ਕੈਲੇਗਨਾਰ ਮਗਾਲੇਰ ਉਰੀਮਾਈ ਥਿੱਟਮ। ਇਹ ਨਾਂ ਹਾਲ ਹੀ ਵਿੱਚ ਖਬਰਾਂ ਵਿੱਚ ਕਾਫੀ ਸੁਣਨ ਨੂੰ ਮਿਲਿਆ ਹੈ। ਤਾਂ ਦੱਸੋ, ਇਹ ਸਕੀਮ ਕਿਸ ਸੂਬੇ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ? ਇਹ ਇੱਕ ਮਹਿਲਾ ਕੇਂਦਰਿਤ ਸਕੀਮ ਹੈ ਅਤੇ ਇਹ ਸ਼ੁਰੂ ਕੀਤੀ ਗਈ ਹੈ ਤਾਮਿਲਨਾਡੂ ਸਰਕਾਰ ਵੱਲੋਂ। ਜਿਨ੍ਹਾਂ ਨੇ ਤਾਮਿਲਨਾਡੂ ਸੋਚਿਆ ਸੀ, ਜਵਾਬ ਬਿਲਕੁਲ ਸਹੀ ਹੈ। ਅਤੇ ਹੁਣ ਪਹਿਲੇ ਰਾਊਂਡ ਦਾ ਆਖਰੀ ਸਵਾਲ ਇਹ ਆ ਰਿਹਾ ਹੈ ਐਨਰਜੀ ਸੈਕਟਰ ਤੋਂ। ਸਵਾਲ ਹੈ ਕਿ ਇੰਡੀਆ ਐਨਰਜੀ ਵੀਕ 2025 ਵਿੱਚ ਕਿਸ ਕੰਪਨੀ ਨੂੰ ਆਇਲ ਐਂਡ ਗੈਸ ਪ੍ਰੋਡਕਸ਼ਨ ਕੰਪਨੀ ਆਫ ਦੀ ਈਅਰ ਦਾ ਵੱਡਾ ਖਿਤਾਬ ਮਿਲਿਆ? ਕਿ ਇਹ ਸਨਮਾਨ ਹਾਸਲ ਕਰਨ ਵਾਲੀ ਕੰਪਨੀ ਹੈ ਆਇਲ ਇੰਡੀਆ ਲਿਮਿਟਿਡ, ਯਾਨੀ ਕਿ OIL। ਵਾਹ, ਪਹਿਲਾ ਰਾਊਂਡ ਤਾਂ ਬਹੁਤ ਵਧੀਆ ਰਿਹਾ। ਹੁਣ ਵਾਰੀ ਹੈ ਦੂਜੇ ਰਾਊਂਡ ਦੀ, ਜਿਸ ਦਾ ਨਾਂ ਹੈ ਸਟੈਟਿਕ GK ਡੀਪ ਡਾਈਵ। ਮਤਲਬ ਹੁਣ ਆਪਾਂ ਉਹਨਾਂ ਗੱਲਾਂ ਤੇ ਨਜ਼ਰ ਮਾਰਾਂਗੇ ਜੋ ਬਦਲਦੀਆਂ ਨਹੀਂ, ਜਿਵੇਂ ਕਿ ਇਤਿਹਾਸ, ਸਾਡਾ ਸੰਵਿਧਾਨ ਅਤੇ ਉਹ ਤੱਥ ਜੋ ਹਮੇਸ਼ਾ ਉਹੀ ਰਹਿੰਦੇ ਨੇ। ਚਲੋ ਫਿਰ ਆਪਣੇ ਗਿਆਨ ਦੀਆਂ ਜੜ੍ਹਾਂ ਨੂੰ ਪਰਖਦੇ ਹਾਂ। ਦੂਜੇ ਰਾਊਂਡ ਦਾ ਪਹਿਲਾ ਸਵਾਲ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜੇ ਇੱਕ ਬਹੁਤ ਹੀ ਖਾਸ ਅਤੇ ਜ਼ਰੂਰੀ ਹੱਕ ਬਾਰੇ ਹੈ। ਭਾਰਤੀ ਸੰਵਿਧਾਨ ਸਾਨੂੰ ਆਪਣੀ ਮਰਜ਼ੀ ਦੇ ਇਨਸਾਨ ਨਾਲ ਵਿਆਹ ਕਰਨ ਦਾ ਹੱਕ ਦਿੰਦਾ ਹੈ। ਤਾਂ ਸਵਾਲ ਇਹ ਹੈ ਕਿ ਇਹ ਅਧਿਕਾਰ ਸਾਨੂੰ ਸੰਵਿਧਾਨ ਦੇ ਕਿਹੜੇ ਆਰਟੀਕਲ ਤੋਂ ਮਿਲਦਾ ਹੈ? ਤੇ ਇਹ ਬੁਨਿਆਦੀ ਹੱਕ ਸਾਨੂੰ ਮਿਲਦਾ ਹੈ ਆਰਟੀਕਲ 21 ਤੋਂ। ਇਹ ਸਾਡੇ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਅਧਿਕਾਰ ਦਾ ਹੀ ਇੱਕ ਬਹੁਤ ਜ਼ਰੂਰੀ ਹਿੱਸਾ ਹੈ। ਚਲੋ ਹੁਣ ਚਲਦੇ ਹਾਂ ਇਤਿਹਾਸ ਦੇ ਪੰਨਿਆਂ ਵੱਲ। ਸਾਲ ਸੀ 1565। ਇੱਕ ਅਜਿਹੀ ਭਿਆਨਕ ਲੜਾਈ ਹੋਈ ਜਿਸ ਨੇ ਦੱਖਣੀ ਭਾਰਤ ਦਾ ਪੂਰਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਤਾਲੀਕੋਟਾ ਦੀ ਉਸ ਲੜਾਈ ਤੋਂ ਬਾਅਦ ਕਿਹੜਾ ਵੱਡਾ ਸਾਮਰਾਜ ਖਤਮ ਹੋ ਗਿਆ ਸੀ? ਉਸ ਲੜਾਈ ਨੇ ਅੰਤ ਕੀਤਾ ਸੀ ਬਹੁਤ ਹੀ ਸ਼ਕਤੀਸ਼ਾਲੀ ਵਿਜੇਨਗਰ ਸਾਮਰਾਜ ਦਾ। ਹੁਣ ਇੱਕ ਸਵਾਲ ਭਾਰਤੀ ਸਿਆਸਤ ਦੀਆਂ ਬਾਰੀਕੀਆਂ ਚੋਂ।
ਮੰਨ ਲਓ ਜੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣਾ ਹੋਵੇ ਤਾਂ ਇਸ ਦੀ ਕਾਰਵਾਈ ਸੰਸਦ ਦੇ ਸਿਰਫ ਇੱਕ ਹੀ ਸਦਨ ਵਿੱਚ ਸ਼ੁਰੂ ਹੋ ਸਕਦੀ ਹੈ। ਤਾਂ ਉਹ ਸਦਨ ਕਿਹੜਾ ਹੈ? ਲੋਕ ਸਭਾ ਜਾਂ ਰਾਜ ਸਭਾ? ਤੇ ਸਹੀ ਜਵਾਬ ਹੈ ਸਿਰਫ ਰਾਜ ਸਭਾ। ਇਸ ਦਾ ਕਾਰਨ ਵੀ ਬਹੁਤ ਸਿੱਧਾ ਹੈ ਕਿਉਂਕਿ ਉਪ ਰਾਸ਼ਟਰਪਤੀ ਰਾਜ ਸਭਾ ਦੇ ਸਭਾਪਤੀ ਵੀ ਹੁੰਦੇ ਹਨ, ਇਸ ਲਈ ਉਹਨਾਂ ਨੂੰ ਹਟਾਉਣ ਦੀ ਸ਼ੁਰੂਆਤ ਵੀ ਸਿਰਫ ਉੱਥੋਂ ਹੀ ਹੋ ਸਕਦੀ ਹੈ। ਅਤੇ ਹੁਣ ਸਾਡਾ ਆਖਰੀ ਸਵਾਲ, ਇੱਕ ਅਜਿਹੇ ਮਹਾਨ ਸ਼ਖਸ ਬਾਰੇ ਜਿਨ੍ਹਾਂ ਨੇ ਜੇਲ੍ਹ ਦੀਆਂ ਕੰਧਾਂ ਪਿੱਛੇ ਬੈਠ ਕੇ ਵੀ ਗਿਆਨ ਦਾ ਚਾਨਣ ਫੈਲਾਇਆ। ਗੀਤਾ ਰਹੱਸ ਇਹ ਮਸ਼ਹੂਰ ਕਿਤਾਬ ਕਿਸਨੇ ਆਪਣੀ ਕੈਦ ਦੇ ਦਿਨਾਂ ਵਿੱਚ ਲਿਖੀ ਸੀ? ਇਹ ਮਹਾਨ ਰਚਨਾ ਲਿਖੀ ਸੀ ਲੋਕਮਾਨਿਆ ਬਾਲ ਗੰਗਾਧਰ ਤਿਲਕ ਜੀ ਨੇ। ਲਓ ਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਗਿਆਨ ਚੁਣੌਤੀ ਇੱਥੇ ਹੀ ਖਤਮ ਹੁੰਦੀ ਹੈ। ਦੇਖੋ ਸਕੋਰ ਕੀ ਰਿਹਾ ਇਹ ਮਾਇਨੇ ਨਹੀਂ ਰੱਖਦਾ। ਅਸਲ ਜਿੱਤ ਤਾਂ ਇਸ ਗੱਲ ਵਿੱਚ ਹੈ ਕਿ ਆਪਾਂ ਸਾਰਿਆਂ ਨੇ ਕੁਝ ਨਵਾਂ ਸਿੱਖਿਆ। ਯਾਦ ਹੈ ਸ਼ੁਰੂਆਤ ਵਾਲੀ ਗੱਲ, ਆਪਣੇ ਆਪ ਨੂੰ ਚੁਣੌਤੀ ਦੇਣਾ। ਹਰ ਸਵਾਲ ਇੱਕ ਨਵਾਂ ਦਰਵਾਜ਼ਾ ਹੁੰਦਾ ਹੈ। ਤਾਂ ਹੁਣ ਅਸਲ ਸਵਾਲ ਇਹ ਹੈ ਕਿ ਅਗਲੀ ਚੁਣੌਤੀ ਕੀ ਹੋਵੇਗੀ? ਸੋਚਦੇ ਰਹੋ, ਸਿੱਖਦੇ ਰਹੋ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।